ਪਿਆਰੇ ਵਿਦਿਆਰਥੀਓ, ਆਪ ਸਭ ਦਾ ਸਵਾਗਤ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਸਮਾਜਿਕ ਸਿੱਖਿਆ ਕਲਾਸ ਜਮਾਤ 6ਵੀਂ ਦਾ ਜਿਹੜਾ ਪਹਿਲਾ ਚੈਪਟਰ ਹੈ ਪ੍ਰਿਥਵੀ, ਸੂਰਜ ਪਰਿਵਾਰ ਦਾ ਅੰਗ, ਅਰਥ ਪਾਰਟ ਆਫ ਸੋਲਰ ਸਿਸਟਮ, ਉਸ ਚੈਪਟਰ ਨੂੰ ਅਸੀਂ ਡਿਸਕਸ ਕਰਾਂਗੇ। ਇਹਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਚਲੋ ਸ਼ੁਰੂ ਕਰਦੇ ਹਾਂ ਅੱਜ ਦਾ ਇਹ ਇੰਟਰਸਟਿੰਗ ਚੈਪਟਰ। ਤਾਂ ਪਾਠ ਦੀ ਸ਼ੁਰੂਆਤ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਰਾਤ ਨੂੰ ਜਦੋਂ ਨਿੱਖਰੇ ਆਕਾਸ਼ ਵੱਲ ਝਾਤੀ ਮਾਰੋ, ਤੁਹਾਨੂੰ ਚੰਨ ਅਤੇ ਕਈ ਨਿੱਕੇ ਵੱਡੇ ਚਮਕੀਲੇ ਤਾਰੇ ਨਜ਼ਰ ਆਉਂਦੇ ਨੇ। ਜਦੋਂ ਅਸੀਂ ਰਾਤ ਨੂੰ ਆਕਾਸ਼ ਦੇ ਵੱਲ ਦੇਖਦੇ ਹਾਂ ਤਾਂ ਸਾਨੂੰ ਕੀ ਦਿਖਾਈ ਦਿੰਦਾ? ਚੰਨ, ਕਈ ਨਿੱਕੇ ਵੱਡੇ ਜਿਹੜੇ ਹੈਗੇ ਨੇ ਚਮਕੀਲੇ ਤਾਰੇ ਨਜ਼ਰ ਆਉਂਦੇ ਨੇ। ਜੇਕਰ ਅਸੀਂ ਨੀਝ ਲਾ ਕੇ ਵੇਖਦੇ ਹਾਂ ਤਾਂ ਚੰਨ, ਕਈ ਤਾਰੇ ਤੁਰਦੇ ਫਿਰਦੇ ਵੀ ਨਜ਼ਰ ਹੀ ਪੈਂਦੇ ਹਨ। ਤੁਸੀਂ ਇਹ ਰਾਤ ਨੂੰ ਦੇਖਿਆ ਹੋਵੇਗਾ। ਇਸੇ ਤਰ੍ਹਾਂ ਜਦੋਂ ਵਿਗਿਆਨੀਆਂ ਨੇ ਪੁਲਾੜ ਵਿੱਚ ਜਾ ਕੇ ਧਰਤੀ ਨੂੰ ਵੇਖਿਆ ਤਾਂ ਉਹ ਵੀ ਚਮਕਦੀ ਨਜ਼ਰ ਆਈ। ਜਿਹੜੇ ਵਿਗਿਆਨੀ ਨੇ ਜਦੋਂ ਉਹ ਪੁਲਾੜ ਦੇ ਵਿੱਚ ਗਏ ਤਾਂ ਉਹਨਾਂ ਨੇ ਧਰਤੀ ਨੂੰ ਦੇਖਿਆ ਤਾਂ ਸਾਡੀ ਧਰਤੀ ਆ ਜਿਹੜੀ ਚਮਕਦੀ ਨਜ਼ਰ ਆਈ। ਤੁਸੀਂ ਹਰ ਰੋਜ਼ ਸੂਰਜ ਚੜ੍ਹਦਾ ਅਤੇ ਛਿਪਦਾ ਵੇਖਦੇ ਹੋ। ਅਸੀਂ ਹਰ ਰੋਜ਼ ਕੀ ਆ, ਸੂਰਜ ਚੜ੍ਹਦਾ ਅਤੇ ਛਿਪਦਾ ਵੇਖਦੇ ਹਾਂ। ਇਸ ਨਾਲ ਕੀ ਹੁੰਦੀ ਆ, ਤੁਹਾਨੂੰ ਸਭ ਬਾਰੇ ਹੈਰਾਨੀ ਵੀ ਹੁੰਦੀ ਹੋਵੇਗੀ। ਕਈ ਤਰ੍ਹਾਂ ਦੇ ਪ੍ਰਸ਼ਨ ਤੁਹਾਡੇ ਦਿਮਾਗ ਵਿੱਚੋਂ ਉੱਠਦੇ ਹੋਣਗੇ। ਤਾਂ ਇਸ ਤਰ੍ਹਾਂ ਦੇ ਪ੍ਰਸ਼ਨ ਉੱਠਦੇ ਹੋਣਗੇ ਵੀ ਜਿਹੜਾ ਦਿਨ ਸੂਰਜ ਹੈ ਚੜ੍ਹ ਜਾਂਦਾ ਹੈ, ਛਿਪ ਜਾਂਦਾ ਹੈ, ਇਹ ਕਿਉਂ ਹੁੰਦਾ ਹੈ। ਇਸ ਪਾਠ ਦੇ ਵਿੱਚ ਇਹਨੂੰ ਅਸੀਂ ਚੰਗੀ ਤਰ੍ਹਾਂ ਸਮਝਾਂਗੇ। ਜਿਨ੍ਹਾਂ ਬਾਰੇ ਜਾਣਨ ਦੀ ਇੱਛਾ ਵੀ ਹੁੰਦੀ ਹੋਵੇਗੀ, ਤੁਹਾਡੇ ਮਨ ਦੇ ਵਿੱਚ ਇਹਨੂੰ ਜਾਣਨ ਦੀ ਜਿਹੜੀ ਇੱਛਾ ਹੁੰਦੀ ਹੋਵੇਗੀ, ਇਸ ਪਾਠ ਵਿੱਚ ਤੁਹਾਨੂੰ ਇਹਨਾਂ ਬਾਰੇ ਸੰਖੇਪ ਜਾਣਕਾਰੀ ਪ੍ਰਾਪਤ ਹੋਵੇਗੀ। ਇਹ ਸਾਰੇ ਜਿਹੜੇ ਪ੍ਰਸ਼ਨ ਨੇ ਤੁਹਾਡੇ ਦਿਮਾਗ ਦੇ ਵਿੱਚ ਉੱਠਦੇ ਨੇ, ਇਹਨਾਂ ਨੂੰ ਅਸੀਂ ਇਸ ਚੈਪਟਰ ਦੇ ਵਿੱਚ ਸਮਝਾਂਗੇ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਬ੍ਰਹਿਮੰਡ। ਤਾਂ ਅਸੀਂ ਸਮਝਾਂਗੇ ਕਿ ਬ੍ਰਹਿਮੰਡ ਕੀ ਹੁੰਦਾ, ਜਿਹਨੂੰ ਇੰਗਲਿਸ਼ ਦੇ ਵਿੱਚ ਅਸੀਂ ਯੂਨੀਵਰਸ ਕਹਿੰਦੇ ਹਾਂ। ਸੂਰਜ, ਗ੍ਰਹਿ, ਧਰਤੀ, ਚੰਨ ਅਤੇ ਨਿੱਕੇ ਵੱਡੇ ਤਾਰੇ, ਧੂੜ ਅਤੇ ਗੈਸਾਂ ਆਦਿ ਬ੍ਰਹਿਮੰਡ ਵਿੱਚ ਮੌਜੂਦ ਹਨ। ਤਾਂ ਸਾਡੇ ਬ੍ਰਹਿਮੰਡ ਦੇ ਵਿੱਚ ਸੂਰਜ ਹੈ, ਗ੍ਰਹਿ ਹਨ ਸੂਰਜ ਦੇ, ਫਿਰ ਧਰਤੀ ਹੈ, ਚੰਨ ਹੈ, ਨਿੱਕੇ ਵੱਡੇ ਜਿਹੜੇ ਤਾਰੇ ਸਾਨੂੰ ਦਿਖਾਈ ਦਿੰਦੇ ਨੇ ਉਹ ਵੀ ਬ੍ਰਹਿਮੰਡ ਦੇ ਵਿੱਚ ਹਨ, ਯੂਨੀਵਰਸ ਦੇ ਵਿੱਚ। ਧੂੜ ਅਤੇ ਗੈਸਾਂ, ਇਹ ਸਾਰਾ ਕੀ ਨੇ? ਬ੍ਰਹਿਮੰਡ ਦਾ ਹਿੱਸਾ ਹਨ। ਬ੍ਰਹਿਮੰਡ ਇੰਨਾ ਵੱਡਾ ਹੈ ਕਿ ਇਸ ਦੇ ਆਕਾਰ ਬਾਰੇ ਆਮ ਜਿਹਾ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਹਾਂ। ਤਾਂ ਬ੍ਰਹਿਮੰਡ ਬੇਟਾ ਕੀ ਆ ਬੱਚਿਓ, ਬਹੁਤ ਜ਼ਿਆਦਾ ਵੱਡਾ ਹੈ, ਜਿਸ ਦੇ ਆਕਾਰ ਬਾਰੇ ਅਸੀਂ ਅੰਦਾਜ਼ਾ ਨਹੀਂ ਲਗਾ ਸਕਦੇ। ਤਾਂ ਇਸ ਜਿਹੜੀ ਡਾਇਗਰਾਮ ਦੇ ਵਿੱਚ ਸਾਨੂੰ ਸਮਝਾਇਆ ਗਿਆ ਹੈ ਬ੍ਰਹਿਮੰਡ ਦੇ ਅਧੀਨ ਕੀ ਨੇ? ਗਲੈਕਸੀਆਂ। ਤਾਂ ਸਾਡੀ ਗਲੈਕਸੀ ਕੀ ਆ? ਆਕਾਸ਼ ਗੰਗਾ। ਤਾਂ ਇਹ ਇਹਦਾ ਪਾਰਟ ਹੈ। ਉਸ ਤੋਂ ਬਾਅਦ ਗਲੈਕਸੀ ਦਾ ਅੱਗੇ ਪਾਰਟ ਕੀ ਹੈ? ਸੂਰਜੀ ਪਰਿਵਾਰ। ਸੂਰਜੀ ਪਰਿਵਾਰ ਦੇ ਵਿੱਚ ਅੱਗੇ ਕੀ ਆ ਗਏ? ਗ੍ਰਹਿ ਆ ਗਏ ਅਤੇ ਉਪਗ੍ਰਹਿ ਆ ਗਏ। ਫਿਰ ਛੋਟੇ ਗ੍ਰਹਿ ਆ ਗਏ, ਪੂਛਲ ਤਾਰੇ ਆ ਗਏ ਜਿਨ੍ਹਾਂ ਨੂੰ ਅਸੀਂ ਧੂਮਕੇਤੂ ਕਹਿੰਦੇ ਹਾਂ। ਫਿਰ ਉਲਕਾ ਅਤੇ ਉਲਕਾ ਪਿੰਡ ਆ ਗਏ। ਇਹ ਸਾਰੇ ਜਿਹੜੇ ਹੈਗੇ ਨੇ ਬ੍ਰਹਿਮੰਡ ਦਾ ਹਿੱਸਾ ਹਨ। ਆਕਾਸ਼ ਵਿੱਚ ਸਥਿਤ ਉੱਪਰ ਲਿਖੇ ਪ੍ਰਤੀਰੂਪ ਸੂਰਜ, ਗ੍ਰਹਿ, ਚੰਨ, ਨਿੱਕੇ ਵੱਡੇ ਅਣਗਿਣਤ ਚਮਕਦੇ ਤਾਰਿਆਂ ਆਦਿ ਨੂੰ ਰਲਵੇਂ ਤੌਰ 'ਤੇ ਖਗੋਲ ਪਿੰਡ ਆਖਦੇ ਹਨ। ਜੇਕਰ ਅਸੀਂ ਬ੍ਰਹਿਮੰਡ, ਆਕਾਸ਼ ਗੰਗਾ, ਸੂਰਜੀ ਪਰਿਵਾਰ, ਇਹਨਾਂ ਸਾਰਿਆਂ ਨੂੰ ਰਲਵੇਂ ਤੌਰ 'ਤੇ ਆਖੀਏ ਤਾਂ ਇਹਨਾਂ ਨੂੰ ਅਸੀਂ ਖਗੋਲ ਪਿੰਡ ਆਖਦੇ ਹਾਂ। ਤਾਂ ਸਾਡੇ ਕੋਲ ਜਿਹੜੀ ਨਵੀਂ ਟਰਮ ਆ, ਖਗੋਲ ਪਿੰਡ ਆ ਗਿਆ। ਇੱਕ ਸਾਡੇ ਕੋਲ ਬ੍ਰਹਿਮੰਡ ਟਰਮ ਹੈ, ਇਸੇ ਤਰ੍ਹਾਂ ਅਸੀਂ ਬ੍ਰਹਿਮੰਡ ਨੂੰ ਕੀ ਕਹਿ ਸਕਦੇ ਹਾਂ? ਖਗੋਲ ਪਿੰਡ। ਹੁਣ ਇੱਥੇ ਸਾਨੂੰ ਦੱਸਿਆ ਗਿਆ ਹੈ ਕਿ ਖਗੋਲ ਪਿੰਡ ਕੀ ਹੁੰਦਾ। ਆਕਾਸ਼ ਜਾਂ ਪੁਲਾੜ ਨਾਲ ਸੰਬੰਧਿਤ ਹੈ, ਜਿਸ ਦਾ ਅਧਿਐਨ ਕਰਨ ਵਾਲੇ ਮਨੁੱਖਾਂ ਨੂੰ ਖਗੋਲ ਵਿਗਿਆਨੀ ਆਖਦੇ ਹਨ। ਖਗੋਲ ਪਿੰਡ ਤੋਂ ਕੀ ਭਾਵ ਹੈ? ਆਕਾਸ਼ ਜਾਂ ਪੁਲਾੜ ਨਾਲ ਸੰਬੰਧਿਤ ਹੈ ਖਗੋਲ ਪਿੰਡ। ਖਗੋਲ, ਜਿਸ ਦਾ ਅਧਿਐਨ ਕਰਨ ਵਾਲੇ ਮਨੁੱਖਾਂ ਨੂੰ ਖਗੋਲ ਵਿਗਿਆਨੀ ਆਖਦੇ ਹਨ। ਤੁਸੀਂ ਅਮਰੀਕਾ ਵਿੱਚ ਵੱਸ ਰਹੀ ਭਾਰਤ ਦੀ ਧੀ ਸਵਰਗੀ ਕਲਪਨਾ ਚਾਵਲਾ ਦਾ ਨਾਮ ਤਾਂ ਸੁਣਿਆ ਹੀ ਹੋਵੇਗਾ। ਸਾਨੂੰ ਪਤਾ ਕਿ ਕਲਪਨਾ ਚਾਵਲਾ ਸੀ ਜੋ ਅਮਰੀਕਾ ਦੇ ਵਿੱਚ ਰਹਿੰਦੀ ਸੀ, ਪਰ ਭਾਰਤ ਦੀ ਉਹ ਧੀ ਸੀ ਜਿਨ੍ਹਾਂ ਦੀ ਆਸਮਾਨ ਦੇ ਵਿੱਚ ਮੌਤ ਹੋ ਗਈ ਸੀ। ਉਹ ਖਗੋਲ ਵਿਗਿਆਨੀ ਸੀ ਅਤੇ ਪੁਲਾੜ ਯਾਤਰੀ ਵੀ ਸੀ। ਅਤੇ ਉਹ ਖਗੋਲ ਵਿਗਿਆਨੀ ਸੀ ਅਤੇ ਪੁਲਾੜ ਯਾਤਰੀ, ਐਸਟਰੋਨੌਟ ਸੀ। ਤਾਂ ਪੁਲਾੜ ਦੇ ਵਿੱਚ ਜਿਹੜੀ ਉਹ ਜਾਂਦੇ ਸੀ ਵਿਗਿਆਨੀਆਂ ਦੇ ਨਾਲ, ਤਾਂ ਉਹਨਾਂ ਦੀ ਡੈਥ ਹੋ ਜਾਂਦੀ ਆ। ਪਹਿਲੀ ਨਜ਼ਰੇ
ਇੰਝ ਲੱਗਦਾ ਹੈ ਕਿ ਸਾਰੇ ਖਗੋਲ ਪਿੰਡ ਆਪਣੀ ਰੌਸ਼ਨੀ ਨਾਲ ਚਮਕਦੇ ਹਨ। ਤਾਂ ਸਾਨੂੰ ਜਦੋਂ ਅਸੀਂ ਅਸਮਾਨ ਦੇ ਵਿੱਚ ਦੇਖਦੇ ਹਾਂ ਤਾਂ ਜਿਹੜੇ ਖਗੋਲ ਪਿੰਡ ਨੇ, ਬ੍ਰਹਿਮੰਡ ਨੇ, ਉਹਨਾਂ ਦੇ ਵਿੱਚ ਤਾਰੇ ਨੇ, ਸੂਰਜ ਨੇ, ਗ੍ਰਹਿ ਨੇ, ਛੋਟੇ ਛੋਟੇ ਗ੍ਰਹਿ ਨੇ, ਤਾਂ ਸਾਨੂੰ ਇਹ ਲੱਗਦਾ ਕਿ ਇਹ ਸਾਰੇ ਜਿਹੜੇ ਹੈਗੇ ਨੇ ਖਗੋਲ ਪਿੰਡ ਆਪਦੀ ਰੌਸ਼ਨੀ ਦੇ ਨਾਲ ਚਮਕਦੇ ਨੇ। ਅਜਿਹਾ ਨਹੀਂ ਹੈ, ਪਰੰਤੂ ਐਸਾ ਨਹੀਂ ਹੈ। ਕੁਝ ਪਿੰਡ ਦੂਜੇ ਤਾਰਿਆਂ ਦੀ ਰੌਸ਼ਨੀ ਕਰਕੇ ਚਮਕਦੇ ਹਨ। ਇਹਨਾਂ ਦੇ ਵਿੱਚੋਂ ਕਈ ਪਿੰਡ ਨੇ ਜਿਹੜੇ ਦੂਜੇ ਤਾਰਿਆਂ ਦੀ ਰੌਸ਼ਨੀ ਕਰਕੇ ਚਮਕਦੇ ਹਨ। ਜਿਵੇਂ ਸੂਰਜ ਧਰਤੀ ਦੇ ਸਭ ਤੋਂ ਨੇੜੇ ਦਾ ਤਾਰਾ ਹੈ। ਸੂਰਜ ਹੈ ਜਿਹੜਾ ਧਰਤੀ ਦੇ ਸਭ ਤੋਂ ਨੇੜੇ ਦਾ ਤਾਰਾ ਹੈ। ਸੂਰਜ ਵੀ ਹੋਰ ਤਾਰਿਆਂ ਦੇ ਵਾਂਗ ਹੈ ਜਿਹੜਾ ਚਮਕਦਾ ਦਿਖਾਈ ਦਿੰਦਾ, ਪਰ ਇਹ ਧਰਤੀ ਦੇ ਨੇੜੇ ਦਾ ਤਾਰਾ ਹੈ। ਬਾਕੀ ਤਾਰੇ ਕਿੰਨੇ ਕਾਫੀ ਜ਼ਿਆਦਾ ਦੂਰ ਨੇ ਜਿਹੜੇ ਸਾਨੂੰ ਥੋੜ੍ਹੇ ਥੋੜ੍ਹੇ ਚਮਕਦੇ ਦਿਖਾਈ ਦਿੰਦੇ ਨੇ। ਇਸ ਲਈ ਇਹ ਆਕਾਰ ਵਿੱਚ ਵੱਡਾ ਦਿਖਾਈ ਦਿੰਦਾ ਹੈ। ਤਾਂ ਸਾਨੂੰ ਸੂਰਜ ਜਿਹੜਾ ਨੇੜੇ ਹੋਣ ਕਰਕੇ ਸੂਰਜ ਇੱਕ ਤਾਰਾ ਹੈ, ਪਰ ਆਕਾਰ ਵਿੱਚ ਸਾਨੂੰ ਕਾਫੀ ਜ਼ਿਆਦਾ ਵੱਡਾ ਦਿਖਾਈ ਦਿੰਦਾ ਹੈ। ਪੁਲਾੜ ਵਿੱਚੋਂ ਧਰਤੀ 'ਤੇ ਝਾਤ ਮਾਰੋ ਤਾਂ ਇਹ ਚਮਕਦੀ ਨਜ਼ਰ ਆਉਂਦੀ ਹੈ। ਜੇਕਰ ਅਸੀਂ ਪੁਲਾੜ ਦੇ ਵਿੱਚੋਂ ਧਰਤੀ ਨੂੰ ਦੇਖਦੇ ਹਾਂ ਤਾਂ ਸਾਡੀ ਧਰਤੀ ਵੀ ਹੈ ਜਿਹੜੀ ਚਮਕਦੀ ਨਜ਼ਰ ਆਉਂਦੀ ਹੈ। ਇਹ ਸੂਰਜ ਦੀ ਰੌਸ਼ਨੀ ਦੇ ਪ੍ਰਭਾਵ ਕਰਕੇ ਚਮਕਦੀ ਨਜ਼ਰ ਆਉਂਦੀ ਹੈ। ਧਰਤੀ ਦੀ ਕੋਈ ਰੌਸ਼ਨੀ ਨਹੀਂ ਹੈਗੀ, ਸੂਰਜ ਦੀ ਰੌਸ਼ਨੀ ਦੇ ਪ੍ਰਭਾਵ ਕਰਕੇ ਹੀ ਸਾਡੀ ਜਿਹੜੀ ਧਰਤੀ ਆ ਚਮਕਦੀ ਆ। ਸਾਰੇ ਗ੍ਰਹਿ ਨੇ ਜਿਹੜੇ ਉਹ ਚਮਕਦੇ ਦਿਖਾਈ ਦਿੰਦੇ ਨੇ ਸੂਰਜ ਦੀ ਰੌਸ਼ਨੀ ਕਰਕੇ। ਇਸ ਲਈ ਅਸੀਂ ਵਿਗਿਆਨਕ ਭਾਸ਼ਾ ਵਿੱਚ ਇਹ ਆਖ ਸਕਦੇ ਹਾਂ ਕਿ ਜਿਹੜੇ ਖਗੋਲੀ ਜਾਂ ਆਕਾਸ਼ੀ ਪਿੰਡ ਆਪਣੀ ਰੌਸ਼ਨੀ ਕਰਕੇ ਚਮਕਦੇ ਹਨ, ਉਹਨਾਂ ਨੂੰ ਤਾਰੇ ਆਖਿਆ ਜਾਂਦਾ ਹੈ। ਉਹਨਾਂ ਵਿੱਚੋਂ ਇੱਕ ਸੂਰਜ ਹੈ। ਤਾਂ ਇੱਥੇ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਕਿ ਖਗੋਲੀ ਜਾਂ ਆਕਾਸ਼ੀ ਪਿੰਡ ਜਿਹੜੇ ਆਪਣੇ ਆਪ ਚਮਕਦੇ ਹਨ, ਉਹਨਾਂ ਨੂੰ ਅਸੀਂ ਕੀ ਆਖਦੇ ਹਾਂ? ਤਾਰੇ ਆਖਦੇ ਹਾਂ। ਸੂਰਜ ਉਹਨਾਂ ਵਿੱਚੋਂ ਇੱਕ ਹੈ। ਤਾਂ ਸੂਰਜ ਜਿਹੜਾ ਆਪਣੀ ਰੌਸ਼ਨੀ ਦੇ ਨਾਲ ਵੀ ਚਮਕਦਾ, ਅਤੇ ਗ੍ਰਹਿ ਨੇ ਜਿਹੜੇ ਉਹ ਸੂਰਜ ਤੋਂ ਰੌਸ਼ਨੀ ਲੈਂਦੇ ਨੇ ਅਤੇ ਸੂਰਜ ਦੀ ਰੌਸ਼ਨੀ ਕਰਕੇ ਨੇ ਚਮਕਦੇ। ਇਸ ਲਈ ਜਿਹੜੀਆਂ ਚੀਜ਼ਾਂ ਆਪਦੇ ਆਪ ਚਮਕਦੀਆਂ ਨੇ ਉਹਨਾਂ ਨੂੰ ਅਸੀਂ ਤਾਰੇ ਆਖਦੇ ਹਾਂ। ਰਾਤ ਨੂੰ ਤਾਰਿਆਂ ਭਰੇ ਆਕਾਸ਼ ਨੂੰ ਨੀਝ ਲਾ ਕੇ ਵੇਖਣ 'ਤੇ ਤੁਹਾਨੂੰ ਤਾਰਿਆਂ ਦੇ ਸਮੂਹਾਂ ਦੇ ਰੂਪ ਵਿੱਚ ਕਈ ਸ਼ਕਲਾਂ ਦਿਖਾਈ ਦਿੰਦੀਆਂ ਹਨ। ਜੇਕਰ ਅਸੀਂ ਰਾਤ ਨੂੰ ਆਕਾਸ਼ ਦੇ ਵਿੱਚ ਝਾਤੀ ਮਾਰਦੇ ਹਾਂ, ਨੀਝ ਲਾ ਕੇ ਦੇਖਦੇ ਹਾਂ, ਤਾਂ ਸਾਨੂੰ ਤਾਰਿਆਂ ਦੇ ਸਮੂਹ ਦਿਖਾਈ ਦਿੰਦੇ ਨੇ। ਅਰਥਾਤ ਕਈ ਮਨੁੱਖੀ ਆਕ੍ਰਿਤੀਆਂ ਅਤੇ ਕਈ ਪਸ਼ੂ ਆਕ੍ਰਿਤੀਆਂ ਦੇ ਰੂਪ ਵਿੱਚ ਤਾਰਾ ਸਮੂਹ ਦਿਖਾਈ ਦੇਣਗੇ। ਤਾਂ ਸਾਨੂੰ ਮਨੁੱਖੀ ਆਕ੍ਰਿਤੀਆਂ ਵੀ ਦਿਖਾਈ ਦਿੰਦੀਆਂ ਨੇ ਆਸਮਾਨ ਦੇ ਵਿੱਚ, ਅਤੇ ਪਸ਼ੂ ਆਕ੍ਰਿਤੀਆਂ ਵੀ। ਇਹਨਾਂ ਸਮੂਹਾਂ ਨੂੰ ਹੀ ਤਾਰਾ ਮੰਡਲ ਆਖਦੇ ਹਨ। ਤਾਂ ਕਈ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਨੇ ਆਕ੍ਰਿਤੀਆਂ ਸਾਨੂੰ ਦਿਖਾਈ ਦਿੰਦੀਆਂ ਨੇ। ਇਹਨਾਂ ਆਕ੍ਰਿਤੀਆਂ ਨੂੰ ਅਸੀਂ ਕੀ ਕਹਿੰਦੇ ਹਾਂ? ਤਾਰਾ ਮੰਡਲ। ਤਾਰਾ ਮੰਡਲਾਂ ਵਿੱਚੋਂ ਸਪਤ ਰਿਸ਼ੀ ਤਾਰਾ ਮੰਡਲ ਪੁਰਾਣੇ ਰਿਸ਼ੀਆਂ ਤੋਂ ਪ੍ਰਚਲਿਤ ਹੈ। ਤਾਰਾ ਮੰਡਲ ਵਿੱਚੋਂ ਸਪਤ ਰਿਸ਼ੀ ਤਾਰਾ ਮੰਡਲ ਪੁਰਾਣੇ ਸਮਿਆਂ ਤੋਂ ਪ੍ਰਚਲਿਤ ਹੈ। ਤਾਂ ਸਾਡੇ ਇੱਥੇ ਜਿਹੜਾ ਹੈਗਾ ਬਹੁਤ ਇੰਪੋਰਟੈਂਟ, ਸਪਤ ਰਿਸ਼ੀ ਤਾਰਾ ਮੰਡਲ ਆ ਜਿਹੜਾ ਪੁਰਾਣੇ ਸਮਿਆਂ ਤੋਂ ਹੀ ਜਿਹੜਾ ਕਾਫੀ ਜ਼ਿਆਦਾ ਪ੍ਰਚਲਿਤ ਹੈ। ਇਹ 7 ਤਾਰਿਆਂ ਦਾ ਸਮੂਹ ਹੈ ਜੋ ਕਿ ਵੱਡੇ ਪ੍ਰਸ਼ਨ ਚਿੰਨ੍ਹਾਂ ਦੀ ਆਕ੍ਰਿਤੀ ਵਾਂਗ ਹੀ ਜਾਪਦਾ ਹੈ। ਤਾਂ ਸਪਤ ਰਿਸ਼ੀ ਤਾਰਾ ਮੰਡਲ ਦੇ ਵਿੱਚ 7 ਤਾਰੇ ਨੇ ਜੋ ਕਿ ਵੱਡੇ ਪ੍ਰਸ਼ਨ ਚਿੰਨ੍ਹ ਦੀ ਆਕ੍ਰਿਤੀ ਵਾਂਗ ਹੀ ਜਾਪਦਾ ਹੈ। ਤਾਂ ਇਹ 7 ਤਾਰੇ ਜਿਹੜੇ ਹੈਗੇ ਨੇ ਇਸ ਤਰ੍ਹਾਂ ਦੂਰ ਦੂਰ ਨੇ, ਅਤੇ ਇਹਨਾਂ ਨੂੰ ਜਿਹੜਾ ਅਸੀਂ ਸਪਤ ਰਿਸ਼ੀ ਤਾਰਾ ਮੰਡਲ ਆਖਦੇ ਹਾਂ। ਇਹ ਤਾਰੇ ਧਰਤੀ ਤੋਂ ਬਹੁਤ ਹੀ ਦੂਰ ਹਨ। ਇਹ ਜਿਹੜੇ ਤਾਰੇ ਨੇ ਸਪਤ ਰਿਸ਼ੀ ਦੇ, ਇਹ ਧਰਤੀ ਤੋਂ ਬਹੁਤ ਹੀ ਜ਼ਿਆਦਾ ਦੂਰ ਹਨ। ਇਹਨਾਂ ਦੀ ਰੌਸ਼ਨੀ ਨੂੰ ਧਰਤੀ ਦੇ ਆਲੇ ਦੁਆਲੇ ਦੇ ਹਵਾ ਦੇ ਖਿਲਾਫ ਦੀਆਂ ਕਈ ਤਹਿਆਂ ਵਿੱਚੋਂ ਲੰਘਣਾ ਪੈਂਦਾ ਹੈ, ਅਤੇ ਜਿਹੜੀ ਇਹਨਾਂ ਦੀ ਰੌਸ਼ਨੀ ਹੈ ਜਿਹੜੀ ਧਰਤੀ ਦੇ ਉੱਪਰ ਪਹੁੰਚਦੀ ਆ, ਤਾਂ ਇਹ ਹਵਾ ਦੇ ਖਿਲਾਫ ਦੀਆਂ ਕਈ ਤਹਿਆਂ ਦੇ ਵਿੱਚੋਂ ਹੋ ਕੇ ਧਰਤੀ ਤੱਕ ਪਹੁੰਚਦੀ ਆ। ਇਸ ਕਰਕੇ ਇਹ ਟਿਮਟਿਮਾਉਂਦੇ ਦਿਖਾਈ ਦਿੰਦੇ ਹਨ, ਅਤੇ ਸਾਨੂੰ ਜਿਹੜੇ ਹੈਗਾ ਟਿਮਟਿਮਾਉਂਦੇ ਦਿਖਾਈ ਦਿੰਦੇ ਨੇ, ਯਾਨੀ ਕਿ ਇਹ ਜਗਦੇ ਬੁਝਦੇ ਸਾਨੂੰ ਦਿਖਾਈ ਦਿੰਦੇ ਨੇ। ਇਹਨਾਂ ਦੀ ਦੂਰੀ ਆਮ ਕਰਕੇ ਕਿਲੋਮੀਟਰਾਂ ਵਿੱਚ ਦੱਸਣੀ ਔਖੀ ਹੈ। ਅਸੀਂ ਇਹਨਾਂ ਦੀ ਦੂਰੀ ਨੂੰ ਜਿਹੜਾ ਕਿਲੋਮੀਟਰਾਂ ਦੇ ਵਿੱਚ ਦੱਸਣਾ ਕਾਫੀ ਜ਼ਿਆਦਾ ਮੁਸ਼ਕਿਲ ਹੈ। ਇਸ ਲਈ ਇਸ ਦੀ ਦੂਰੀ ਨੂੰ ਦੱਸਣ ਲਈ ਪ੍ਰਕਾਸ਼ ਸਾਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਤਾਂ ਆਮ ਤੌਰ 'ਤੇ ਜਿਹੜੀ ਅਸੀਂ ਦੇਖਦੇ ਹਾਂ ਕਿ ਪ੍ਰਕਾਸ਼ ਸਾਲਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਦੋਂ ਅਸੀਂ ਤਾਰਿਆਂ ਦੀ ਦੂਰੀ ਦੀ ਗੱਲ ਕਰਦੇ ਹਾਂ ਕਿਲੋਮੀਟਰਾਂ ਤੋਂ ਉੱਪਰ। ਹੁਣ ਇੱਥੇ ਪ੍ਰਸ਼ਨ ਬਣਦਾ ਹੈ ਕਿ ਪ੍ਰਕਾਸ਼ ਸਾਲ ਕੀ ਹੁੰਦਾ ਹੈ? ਲਾਈਟ ਈਅਰ।
ਪ੍ਰਕਾਸ਼ 1 ਸੈਕਿੰਡ ਵਿੱਚ ਲਗਭਗ 3 ਲੱਖ ਕਿਲੋਮੀਟਰ ਸਫ਼ਰ ਤੈਅ ਕਰਦਾ ਹੈ। ਤਾਂ ਅਸੀਂ ਦੇਖਦੇ ਹਾਂ ਕਿ ਜਿਹੜਾ ਪ੍ਰਕਾਸ਼ ਹੈ, ਲਾਈਟ ਹੈ, 1 ਸੈਕਿੰਡ ਦੇ ਵਿੱਚ ਲਗਭਗ 3 ਲੱਖ ਕਿਲੋਮੀਟਰ ਦੂਰੀ ਤੈਅ ਕਰਦਾ ਹੈ। ਪ੍ਰਕਾਸ਼ ਦੀ ਇੱਕ ਕਿਰਨ 1 ਸਾਲ ਵਿੱਚ ਲਗਾਤਾਰ ਚੱਲਦਿਆਂ ਜਿੰਨਾ ਸਫ਼ਰ ਤੈਅ ਕਰਦੀ ਹੈ, ਉਸ ਦੂਰੀ ਨੂੰ ਪ੍ਰਕਾਸ਼ ਸਾਲ ਆਖਿਆ ਜਾਂਦਾ ਹੈ। ਜੇਕਰ ਅਸੀਂ ਪ੍ਰਕਾਸ਼ ਦੀ ਇੱਕ ਕਿਰਨ ਨੂੰ ਦੇਖਦੇ ਹਾਂ ਕਿ ਉਹ 1 ਸਾਲ ਵਿੱਚ ਲਗਾਤਾਰ ਕਿੰਨਾ ਸਫ਼ਰ ਤੈਅ ਕਰਦੀ ਹੈ, ਉਸ ਦੂਰੀ ਨੂੰ ਅਸੀਂ ਪ੍ਰਕਾਸ਼ ਸਾਲ ਆਖਦੇ ਹਾਂ। ਜਦੋਂ ਕਿ ਪ੍ਰਕਾਸ਼ 1 ਸੈਕਿੰਡ ਦੇ ਵਿੱਚ ਲਗਭਗ 3 ਲੱਖ ਕਿਲੋਮੀਟਰ ਦੀ ਦੂਰੀ ਤੈਅ ਕਰਦਾ ਹੈ। ਪ੍ਰਕਾਸ਼ ਸਾਲ ਦੀ ਉਪਰੋਕਤ ਪਰਿਭਾਸ਼ਾ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਤਾਰੇ ਧਰਤੀ ਤੋਂ ਕਿੰਨੀ ਦੂਰ ਹਨ। ਤਾਂ ਦੇਖੋ, ਇੱਕ ਪ੍ਰਕਾਸ਼ ਸਾਲ ਦੇ ਵਿੱਚ ਕੀ ਹੁੰਦਾ ਕਿ ਇੱਕ ਕਿਰਨ 1 ਸਾਲ ਦੇ ਵਿੱਚ ਕਿੰਨੀ ਦੂਰੀ ਤੈਅ ਕਰਦੀ ਹੈ। ਤਾਂ ਅਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਧਰਤੀ ਤੋਂ ਕਿੰਨੀ ਦੂਰ ਨੇ ਜਿਹੜੇ ਤਾਰੇ। ਕੁਝ ਅਜਿਹੇ ਤਾਰੇ ਵੀ ਹਨ ਜਿਨ੍ਹਾਂ ਦਾ ਪ੍ਰਕਾਸ਼ ਧਰਤੀ 'ਤੇ ਪਹੁੰਚਣ ਲਈ ਲੱਖਾਂ ਸਾਲ ਲੱਗ ਜਾਂਦੇ ਹਨ। ਤਾਂ ਇਹ ਤਾਰੇ ਕਈ ਇੰਨੇ ਦੂਰ ਨੇ ਕਿ ਉਹਨਾਂ ਦਾ ਪ੍ਰਕਾਸ਼ ਧਰਤੀ ਤੱਕ ਪਹੁੰਚਣ ਦੇ ਲਈ ਲੱਖਾਂ ਸਾਲ ਲੱਗ ਜਾਂਦੇ ਹਨ। ਜਦ ਕਿ ਸੂਰਜ ਦੀ ਰੌਸ਼ਨੀ ਧਰਤੀ 'ਤੇ 8 ਸਕਿੰਟ ਵਿੱਚ ਪਹੁੰਚਦੀ ਹੈ। ਜਦੋਂ ਕਿ ਜਿਹੜਾ ਸੂਰਜ ਵੀ ਇੱਕ ਤਾਰਾ ਹੈ, ਜਿਹੜਾ ਕਿ ਧਰਤੀ ਦਾ ਸਭ ਤੋਂ ਨੇੜੇ ਦਾ ਤਾਰਾ ਹੈ, ਜਿਸ ਦੀ ਰੌਸ਼ਨੀ 8 ਮਿੰਟ ਦੇ ਵਿੱਚ ਧਰਤੀ ਦੇ ਉੱਪਰ ਪਹੁੰਚ ਜਾਂਦੀ ਹੈ। ਪਰ ਇਹ ਵੀ ਸਾਡੇ ਤੋਂ 15 ਕਰੋੜ ਆ ਜਿਹੜਾ ਕਿਲੋਮੀਟਰ ਦੂਰ ਹੈ ਸੂਰਜ। ਤਾਂ ਅਗਲੀ ਵੀਡੀਓ ਦੇ ਵਿੱਚ ਅਸੀਂ ਸੂਰਜ ਦੇ ਜਿਹੜੇ ਹੈਗੇ ਨੇ ਗ੍ਰਹਿ, ਉਹਨਾਂ ਦੇ ਬਾਰੇ ਪੜ੍ਹਾਂਗੇ। ਤਾਂ ਹੋਪ ਤੁਹਾਨੂੰ ਇਹ ਵੀਡੀਓ ਜਿਹੜੀ ਵਧੀਆ ਲੱਗੂਗੀ। ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਧੰਨਵਾਦ।